ਸਿੰਘ ਤੋਂ ਉਦਮ ਸਿੰਘ ਬਣਨ ਦੀ ਵਰਤਾਰਾ ਕੋਈ ਸੁਖਾਲੀ ਕਹਾਣੀ ਨਹੀਂ, ਬਲਕਿ ਇਸ ਯੋਧੇ ਦੇ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਦਾ ਬਦਲਾ ਲੈਣ ਦਾ ਅਹਿਦ ਇਸ ਮਹਾਨ ਆਜ਼ਾਦੀ ਘੁਲਾਟੇ ਨੂੰ 7 ਸਮੁੰਦਰਾਂ ਪਾਰ ਲੈ ਗਿਆ ਤੇ ਆਖਰੀ ਸਾਹ ਦੇ ਨਾਲ ਹੀ ਮਨ ਸ਼ਾਂਤ ਹੋਇਆ, ਕਿਉਂਕਿ ਬਦਲਾ ਲੈ ਲਿਆ ਸੀ ਤੇ ਜਿਹਾ ਸੀ ਸਾਡਾ ਉਦਮ ਸਿੰਘ। देश शहीद उधम सिंह की शहादत नूं सजदा कर रहा है। अज के दिन शहीद उधम सिंह ने जलियांवाला बाग दे विच वापरे खूनी साके दा बदला लिया सी ते बदला लैण लई ही उधम सिंह भगत सिंह नूं अपना आदर्श मानदा सी ते उसे दे पाए पूरनिਆਂ ते चलदा रहा। ਅੱਜ ਅਸੀਂ ਆਜ਼ਾਦੀ ਦਾ ਜੋ ਨਿੱਘ ਮਾਣ ਰਹੇ ਹਾਂ, ਇਹ ਸਾਡੀ ਮਹਾਨ ਸ਼ਹੀਦਾਂ ਦੀ ਬਦੌਲਤ ਹੈ, ਜਿਨ੍ਹਾਂ ਨੇ ਆਪਣਾ ਆਪ ਵਾਰ ਕੇ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜਿਆ ਅਤੇ ਸਾਡੇ ਭਾਰਤ ਦੇਸ਼ ਨੂੰ ਅੰਗਰੇਜ਼ਾਂ ਦੇ ਚੰਗਲ ਚੋਂ ਆਜ਼ਾਦ ਕਰਵਾਇਆ। ਅਜਿਹੀ ਹੀ ਆਜ਼ਾਦੀ ਘੁਲਾਟੀਆਂ ਵਿੱਚੋਂ ਇੱਕ ਸਨ ਸ਼ਹੀਦ ਊਧਮ ਸਿੰਘ, ਜਿਨ੍ਹਾਂ ਨੇ 13 ਅਪ੍ਰੈਲ 1919 ਨੂੰ ਜਲਿਆਂਵਾਲੇ ਬਾਗ 'ਚ ਵਾਪਰੇ ਖੂਨੀ ਸਾਕੇ ਦਾ ਬਦਲਾ ਲੰਡਨ ਦੇ ਕੈਕਸਟਨ ਹਾਲ 'ਚ ਮਾਈਕਲ ਐਡਵਾਇਰ ਨੂੰ ਗੋਲੀਆਂ ਮਾਰ ਕੇ ਲਿਆ। अमर शहीदा ने सर दे के वन्या मुड कहानी दा आज़ादी है असल नतीजा वीरां दी कुर्बानी दा। फास्ट वे न्यूज़ वालों कौमी शहीदां दी मोहरी कतार विच शामिल शहीद उधम सिंह दी बेमिसाल शहादत नूं दर्शांदी इस खास पेशकश विच असी सब तो पहला गल करन जा रहे हां शहीद उधम सिंह दे जीवन नाल जुड़े कुछ अनछूहे पहलुआं दी। शहीद ऊधम सिंह ਦਾ ਜਨਮ 26 ਦਸੰਬਰ 1899 ਨੂੰ ਪਿਤਾ ਟਹਿਲ ਸਿੰਘ ਅਤੇ ਮਾਤਾ ਨਰਾਇਣ ਕੌਰ ਦੇ ਘਰ ਸੁਨਾਮ ਵਿਖੇ ਹੋਇਆ। ਸ਼ਹੀਦ ਊਧਮ ਸਿੰਘ ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਊਧਮ ਸਿੰਘ ਦੀ 3 ਸਾਲ ਦੀ ਉਮਰ 'ਚ ਉਹਨਾਂ ਦੀ ਮਾਤਾ ਅਤੇ 5 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ। ਆਓ ਇਤਿਹਾਸਕਾਰਾਂ ਦੀ ਜ਼ੁਬਾਨੀ ਸੁਣਦੇ ਹਾਂ ਸ਼ਹੀਦ ਊਧਮ ਸਿੰਘ ਦੀ ਜੀਵਨੀ ਬਾਰੇ। ਕਿਉਂਕਿ ਮੈਂ ਇਤਿਹਾਸਕਾਰ ਹਾਂ, ਮੈਂ ਹੁਣ ਤੱਕ ਕੁੱਲ 16 ਕਿਤਾਬਾਂ ਦਾ ਲੇਖਕ ਹੈ, ਜਿਨ੍ਹਾਂ ਵਿੱਚੋਂ ਮੇਰੀਆਂ 5 ਕਿਤਾਬਾਂ ਸ਼ਹੀਦ ਊਧਮ ਸਿੰਘ ਜੀ ਦੀ ਜ਼ਿੰਦਗੀ ਨਾਲ ਸੰਬੰਧਿਤ ਨੇ। ਤੇ ਮਤਲਬ ਕਿ ਜਿਹੜਾ ਮੈਂ ਕੰਮ ਕੀਤਾ, ਮੈਂ ਕਰੀਬ 25 ਸਾਲ ਤੋਂ ਸ਼ਹੀਦ ਊਧਮ ਸਿੰਘ ਜੀ ਦੇ ਜੀਵਨ ਜ਼ਿੰਦਗੀ ਤੇ ਖੋਜ ਕਰ ਰਿਹਾ। ਅਸੀਂ ਨਵੇਂ ਤੱਥ ਕੁਝ ਇਸ ਤਰ੍ਹਾਂ ਦੇ ਜਿਹੜੇ ਸਾਹਮਣੇ ਆਏ ਆ, ਕਿਉਂਕਿ ਇਹਨਾਂ ਨੂੰ ਪਹਿਲਾਂ ਇਹ ਸਮਝਿਆ ਜਾਂਦਾ ਸੀ ਕਿ ਇਹਨਾਂ ਨੇ ਜਿਹੜਾ ਮਤਲਬ ਕਿ ਮਾਈਕਲ ਐਡਵਾਇਰ ਨੂੰ ਮਾਰ ਕੇ ਜਿਹੜਾ ਸੀਗਾ ਵੀ ਜਲਿਆਂਵਾਲਾ ਬਾਗ ਦਾ ਬਦਲਾ ਲੈ ਲਿਆ, ਇਸ ਤਰ੍ਹਾਂ ਦੀ ਜਿਹੜੀ ਗੱਲ ਆ ਰਹੀ ਸੀ, ਪਹਿਲਾਂ ਪ੍ਰਚਲਿਤ ਸੀ। ਲੇਕਿਨ ਜਿਹੜੇ ਤੱਥ ਸਾਹਮਣੇ ਆਏ ਨੇ ਉਹ ਮਤਲਬ ਕਿ ਇਹ ਸ਼ੋਅ ਕਰਦੇ ਨੇ ਵੀ ਉਸ ਦੀ ਕੁਰਬਾਨੀ ਕਿਤੇ ਵੱਡੀ ਸੀ, ਉਹਦਾ ਨਿਸ਼ਾਨਾ ਕਿਤੇ ਬਹੁਤ ਵੱਡਾ ਸੀਗਾ, ਕਿਉਂਕਿ ਉਹਦੇ ਗਦਰ ਪਾਰਟੀ ਨਾਲ ਸੰਬੰਧ ਪਤਾ ਲੱਗਿਆ। ਗਦਰ ਪਾਰਟੀ ਦਾ ਮੈਂਬਰ ਸੀ, ਇੰਟੈਲੀਜੈਂਸ ਬਿਊਰੋ ਦੀ ਰਿਪੋਰਟ ਹੈ। ਗਦਰ ਪਾਰਟੀ ਦਾ ਟਰੇਚਰ ਉਹਦੇ ਕੋਲ ਫੜਿਆ ਗਿਆ ਸੀਗਾ। ਇਸੇ ਤਰ੍ਹਾਂ ਗਦਰ ਪਾਰਟੀ ਮੁਕੱਦਮੇ ਦੌਰਾਨ ਵੀ ਉਹਦੀ ਸਹਾਇਤਾ ਕਰਦੀ ਰਹੀ। ਇਸੇ ਤਰ੍ਹਾਂ ਭਗਤ ਸਿੰਘ ਜਿਹੜੀ ਚਿੱਠੀਆਂ ਦੇ ਵਿੱਚ ਭਗਤ ਸਿੰਘ ਦਾ ਜ਼ਿਕਰ ਹੈ, ਇਸੇ ਤਰ੍ਹਾਂ ਉਹ 42 ਦਿਨ ਭੁੱਖ ਹੜਤਾਲ 'ਤੇ ਜਿਸ ਤਰ੍ਹਾਂ ਭਗਤ ਸਿੰਘ ਹੋਰੀ ਰਹੇ ਸੀ ਉਸੇ ਤਰ੍ਹਾਂ ਰਿਹਾ। ਇਸੇ ਤਰ੍ਹਾਂ ਹੀ ਅਦਾਲਤ ਦੇ ਵਿੱਚ ਜਦੋਂ ਉਹਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਸੀ ਤਾਂ ਉਸ ਵੇਲੇ ਉਦੋਂ ਜਦੋਂ ਜੱਜ ਨੇ ਕਿਹਾ ਸੀਗਾ ਵੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ, ਉਹ ਕਹਿੰਦਾ ਵੀ ਹਾਂ। ਉਹ 8 ਪੇਜ ਨਾਲ ਲੈ ਕੇ ਗਿਆ ਸੀ, ਜਿਸ ਤੋਂ 25 ਮਿੰਟ ਤੱਕ ਬੋਲਦਾ ਰਿਹਾ। ਉਹਨੇ ਉੱਥੇ ਦੇਸ਼ ਦੀ ਆਜ਼ਾਦੀ ਦੀ ਗੱਲ ਕੀਤੀ ਵੀ ਮੈਂ ਦੇਸ਼ ਨੂੰ ਆਜ਼ਾਦ ਦੇਖਣਾ ਚਾਹੁੰਦਾ, ਜਦੋਂ ਮੈਂ ਚਲਾ ਗਿਆ ਹਜ਼ਾਰਾਂ ਦੇਸ਼ ਵਾਸੀ ਇਹਨਾਂ ਗੰਦੇ ਕੁੱਤਿਆਂ ਨੂੰ ਬਾਹਰ ਆਉਣਗੇ। ਉਹਨੇ ਗੱਲ ਉੱਥੇ ਕੀਤੀ ਮਜ਼ਦੂਰਾਂ ਕਿਸਾਨਾਂ ਦੀ ਅੰਗਰੇਜ਼ਾਂ ਵੱਲੋਂ ਕੀਤੀ ਜਾਂਦੀ ਲੁੱਟ ਦੀ ਗੱਲ ਕੀਤੀ ਸੀ। ਉਹਨੇ ਜਿਹੜੀ ਵਿੱਦਿਆ ਪ੍ਰਸਾਰ ਬਾਰੇ ਗੱਲ ਕੀਤੀ ਸੀ, ਅੰਗਰੇਜ਼ ਨਹੀਂ ਚਾਹੁੰਦੇ ਕਿ ਭਾਰਤੀ ਲੋਕ ਪੜ੍ਹਨ। ਇਸੇ ਤਰ੍ਹਾਂ ਉਹਨੇ ਅੰਗਰੇਜ਼ਾਂ ਵੱਲੋਂ ਔਰਤਾਂ ਤੇ ਬੰਦਿਆਂ ਤੇ ਕੀਤੇ ਜਾ ਰਹੇ ਜ਼ੁਲਮਾਂ ਦੀ ਗੱਲ ਕੀਤੀ ਸੀ, ਜੇਲ੍ਹਾਂ ਦੇ ਵਿੱਚ ਉਹਨਾਂ ਦੀ ਹੋ ਰਹੀਆਂ ਮੌਤਾਂ ਦੀ ਗੱਲ ਕੀਤੀ। ਜਲਿਆਂਵਾਲੇ ਬਾਗ 'ਚ ਵਾਪਰੀ ਖੂਨੀ ਸਾਕੀ ਦਾ ਬਦਲਾ ਲੈਣ ਲਈ ਲੰਡਨ ਦੇ ਕੈਕਸਟਨ ਹਾਲ 'ਚ ਮਾਈਕਲ ਐਡਵਾਇਰ ਨੂੰ ਗੋਲੀਆਂ ਮਾਰਨ ਤੋਂ ਬਾਅਦ ਵੀ ਊਧਮ ਸਿੰਘ ਉੱਥੋਂ ਭੱਜੇ ਨਹੀਂ ਅਤੇ ਬੜੀ ਦਲੇਰੀ ਦੇ ਨਾਲ ਉੱਥੇ ਖੜੇ ਰਹੇ ਅਤੇ ਆਤਮ ਸਮਰਪਣ ਕੀਤਾ। ਇਸ ਤੋਂ ਬਾਅਦ ਅੰਗਰੇਜ਼ ਹਕੂਮਤ ਦੇ ਵੱਲੋਂ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ, ਜਿਸ ਤੋਂ ਬਾਅਦ ਸ਼ਹੀਦ ਊਧਮ ਸਿੰਘ ਨੇ 31 ਜੁਲਾਈ 1940 ਨੂੰ ਸ਼ਹਾਦਤ ਦਾ ਜਾਮ ਪੀਤਾ। 13 ਅਪ੍ਰੈਲ 1919 ਜਨਰਲ ਡਾਇਰ ਨੂੰ ਹੁਕਮ ਦਿੱਤਾ ਗਿਆ ਕਿ ਜਿਹੜੇ ਰੋਡ ਟੈਕਟ ਦਾ ਖਿਲਾਫ ਬੋਲ ਰਹੇ ਨੇ, ਆਜ਼ਾਦੀ ਦੀ ਗੱਲ ਕਰ ਰਹੇ ਨੇ, ਆਪਣੇ ਹੱਕਾਂ ਦੀ ਗੱਲ ਕਰ ਰਹੇ ਨੇ ਜਾਂ ਆਪਣੇ ਲੀਡਰਾਂ ਦੀ ਰਿਹਾਈ ਦੀ ਗੱਲ ਕਰ ਰਹੇ ਨੇ, ਇਹਨਾਂ ਨੂੰ ਕਿਹੋ ਜਿਹਾ ਸਬਕ ਸਿਖਾਓ ਕਿ ਅੱਗੋਂ ਵਾਸਤੇ ਬੋਲਣ ਦੀ ਜ਼ਰੂਰਤ ਨਾ ਕਰਨ। ਜਿਤਨੇ ਵੀ ਸਾਰੇ ਸੁਤੰਤਰਤਾ ਸੰਗਰਾਮੀ ਆਜ਼ਾਦੀ ਘੁਲਾਟੀ ਸਾਰੇ ਪੰਜਾਬੀ ਇਕੱਠੇ ਹੋਏ, ਉਹਨਾਂ ਦੇ ਉੱਤੇ ਬਿਨਾਂ ਵਾਰਨਿੰਗ ਤੋਂ ਫਾਇਰਿੰਗ ਕਰਵਾਈ। ਇਸ ਸਾਰੇ ਸਾਕੇ ਦਾ ਸ਼ਹੀਦ ਊਧਮ ਸਿੰਘ ਚਸ਼ਮਦੀਦ ਗਵਾਹ। ਕਈ ਲੇਖਕ ਕਹਿੰਦੇ ਨੇ ਕਿ ਉਸ ਵੇਲੇ ਹਾਜ਼ਰ ਨਹੀਂ ਸੀ, ਨਹੀਂ, ਬਿਲਕੁਲ ਹਾਜ਼ਰ ਜੀ, ਚਸ਼ਮਦੀਦ ਗਵਾਹ ਉੱਥੋਂ ਦਾ। ਕੱਲਾ ਜਲਿਆਂਵਾਲੇ ਬਾਗ ਦੀ ਨਹੀਂ, ਪਤਾ ਨਹੀਂ ਬ੍ਰਿਟਿਸ਼ ਇਹਨਾਂ ਸਾਮਰਾਜੀਆਂ ਨੇ ਹਿੰਦੁਸਤਾਨ ਦੇ ਉੱਤੇ ਜਿਤਨੇ ਵੀ ਜ਼ੁਲਮ ਕੀਤੇ, ਉਹਨਾਂ ਸਾਰਿਆਂ ਤੋਂ ਤੈਸ਼ ਵਿੱਚ ਆ ਕੇ ਸਰਦਾਰ ਊਧਮ ਸਿੰਘ ਨੇ ਰਿਵਾਲਵਰ ਕੱਢਿਆ ਤੇ ਉਸ ਦੇ ਨਾਲ ਫਾਇਰ ਕੀਤਾ।
ਇਸ ਫਾਇਰ ਦੇ ਅੰਦਰ ਸਰ ਮਾਈਕਲ ਉਡਵਾਇਰ ਦੀ ਮੌਤ ਹੋਈ, ਲਾਰਡ ਲਿਵਿੰਗਟਨ, ਲੂਇਸ ਡੇਨ ਅਤੇ ਜ਼ੀਟਲੈਂਡ ਇਹ ਜ਼ਖਮੀ ਹੋਏ। ਉੱਥੋਂ ਜੇ ਚਾਹੁੰਦਾ ਤਾਂ ਊਧਮ ਸਿੰਘ ਬੜੇ ਆਰਾਮ ਨਾਲ ਭੱਜ ਸਕਦਾ ਸੀ, ਲੇਕਿਨ ਉਸ ਨੇ ਖੜ ਕੇ ਗ੍ਰਿਫਤਾਰੀ ਦਿੱਤੀ। ਸੁਨਾਮ ਊਧਮ ਸਿੰਘ ਵਾਲਾ ਤੋਂ ਆਰਐਨ ਕਾਂਸਲ ਦੀ ਵਿਸ਼ੇਸ਼ ਰਿਪੋਰਟ। ਸ਼ੇਰ ਸਿੰਘ, ਊਧਮ ਸਿੰਘ ਜਾਂ ਫਿਰ ਰਾਮ ਰਹੀਮ ਸਿੰਘ ਆਜ਼ਾਦ, ਇਹ ਉਹ ਨਾਂ ਨੇ ਜਿਸ ਦਾ ਨਾਂ ਜ਼ਿਹਨ ਦੇ ਵਿੱਚ ਆਉਂਦਿਆਂ ਹੀ ਖੂਨ ਠਾਠਾਂ ਮਾਰਨ ਲੱਗ ਜਾਂਦਾ ਹੈ। ਤੇ ਤੁਸੀਂ ਪੁੱਛੋਗੇ ਕਿ ਅਜਿਹਾ ਕੀ ਹੋ ਗਿਆ। ਊਧਮ ਸਿੰਘ ਨੇ ਜਲਿਆਂਵਾਲਾ ਬਾਗ ਦਾ ਬਦਲਾ ਲੈਣ ਦੇ ਲਈ 21 ਸਾਲ ਇੰਤਜ਼ਾਰ ਕੀਤਾ। ਆਓ ਤੁਸੀਂ ਵੀ ਸੁਣੋ 21 ਸਾਲਾਂ ਦੀ ਜੱਦੋ-ਜਹਿਦ ਤੇ ਸੰਘਰਸ਼ ਦੀ ਕਹਾਣੀ ਸਾਹਿਤਕਾਰਾਂ ਦੀ ਜ਼ੁਬਾਨੀ। ਸ਼ਹੀਦ ਊਧਮ ਸਿੰਘ ਇਹ ਉਹ ਨਾਮ ਹੈ ਜੋ ਜੁਗਾਂ ਜੁਗਾਂ ਤੱਕ ਅਮਰ ਰਹੇਗਾ। ਉਹਨਾਂ ਦੇ ਦਿਲ ਦੇ ਵਿੱਚ ਦੇਸ਼ ਭਗਤੀ ਦਾ ਜੋ ਜਜ਼ਬਾ ਸੀ, ਉਸ ਨੂੰ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਬੇहद ਮੁਸ਼ਕਿਲ ਹੈ। ਕਿਵੇਂ ਛੋਟੀ ਉਮਰੇ ਜਲਿਆਂਵਾਲੇ ਬਾਗ ਦੇ ਖੂਨੀ ਸਾਕੇ ਨੂੰ ਅੱਖਾਂ ਨਾਲ ਵੇਖਿਆ ਤੇ ਜਨਰਲ ਡਵਾਇਰ ਤੋਂ ਬਦਲਾ ਲੈਣ ਤੱਕ ਉਹਨਾਂ ਦ੍ਰਿਸ਼ਾਂ ਨੂੰ ਕਦੇ ਵੀ ਮਨੋਂ ਨਹੀਂ ਵਿਸਾਰਿਆ ਤੇ ਅਖੀਰ 21 ਸਾਲ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਲੰਡਨ ਦੇ ਕੈਕਸਟਨ ਹਾਲ 'ਚ ਜਾ ਕੇ ਉਸ ਖੂਨੀ ਸਾਕੇ ਦਾ ਬਦਲਾ ਲਿਆ। ਸੋ ਅਸੀਂ ਕਿਵੇਂ ਭੁੱਲ ਸਕਦੇ ਹਾਂ ਉਹਨਾਂ ਸ਼ਹੀਦਾਂ ਦੀ ਕੁਰਬਾਨੀ ਜੋ ਦੇਸ਼ ਸੇਵਾ ਕਰਦਿਆਂ ਆਪਣਾ ਆਪ ਵਾਰਨ ਤੋਂ ਵੀ ਪਿੱਛੇ ਨਹੀਂ ਹਟੇ। ਇਹ ਸ਼ਾਇਦ ਉਹੀ ਇਨਕਲਾਬ ਲਿਆਉਣ ਦੀ ਅੱਗ ਸੀ ਜਿਸ ਨੇ ਜਨਰਲ ਅਡਵਾਇਰ ਨੂੰ ਪਲਾਂ ਵਿੱਚ ਰਾਖ ਕਰਕੇ ਰੱਖ ਦਿੱਤਾ ਤੇ ਜਲਿਆਂਵਾਲੇ ਬਾਗ ਦੇ ਸਾਕੇ ਦੇ ਸ਼ਹੀਦ ਪਰਿਵਾਰਾਂ ਨੂੰ ਇਨਸਾਫ ਦਿਵਾਇਆ। ਅੱਜ ਉਸੇ ਮਹਾਨ ਯੋਧੇ ਨੂੰ ਯਾਦ ਕਰਦਿਆਂ ਇਹ ਦਿਹਾੜਾ ਮਨਾਇਆ ਜਾ ਰਿਹਾ ਹੈ। ਹਰ ਕੋਈ ਆਪੋ ਆਪਣੇ ਢੰਗ ਦੇ ਨਾਲ ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਨੂੰ ਸਜਦਾ ਕਰ ਰਿਹਾ ਹੈ ਤਾਂ ਕਈ ਉੱਘੇ ਸਾਹਿਤਕਾਰ ਵੀ ਸ਼ਹੀਦ ਦੀ ਕੁਰਬਾਨੀ ਨੂੰ ਪ੍ਰਣਾਮ ਕਰਦਿਆਂ ਗੀਤਾਂ ਰਾਹੀਂ ਉਸ ਲਾਸਾਨੀ ਕੁਰਬਾਨੀ ਨੂੰ ਬਿਆਨ ਕਰ ਰਹੇ ਨੇ। ਅਜਿਹਾ ਇੱਕ ਨਾਮ ਹੈ ਭੋਲਾ ਸਿੰਘ ਸੰਗਰਾਮੀ। ਆਪਣੇ ਗੀਤ ਰਾਹੀਂ ਉਹਨਾਂ ਵੱਲੋਂ ਉਹ ਪਲ ਬਿਆਨ ਕੀਤੇ ਗਏ ਜੋ ਸ਼ਹੀਦ ਊਧਮ ਸਿੰਘ ਦੀਆਂ ਅੱਖਾਂ ਦੇ ਸਾਹਮਣੇ ਵਾਪਰੇ ਜਦੋਂ ਜਲਿਆਂਵਾਲੇ ਬਾਗ ਦਾ ਖੂਨੀ ਸਾਕਾ ਵਾਪਰ ਰਿਹਾ ਸੀ। ਆਓ ਸੁਣਦੇ ਹਾਂ ਉਹਨਾਂ ਦੀ ਹੀ ਜ਼ੁਬਾਨੀ। ਸ਼ਹੀਦਾਂ ਦੀ ਅਰਥੀ ਤੇ ਕਦੇ ਰੋਇਆ ਨੀ ਕਰਦੇ, ਸ਼ਹੀਦਾਂ ਦੀ ਅਰਥੀ ਤੇ ਕਦੇ ਰੋਇਆ ਨੀ ਕਰਦੇ। ਇਹ ਜਿਉਂਦੇ ਰਹਿੰਦੇ ਨੇ ਮੋਇਆ ਨੀ ਕਰਦੇ। ਗਾਓ ਗੀਤ ਵਤਨ ਦੇ ਸਹੇਲੜਿਓ, ਮੇਰਾ ਵੀਰ ਸ਼ਹੀਦੀ ਪਾਣੀ ਗਿਆ। ਕੀ ਸੋਗ ਕਰਾਂ ਇਹਦੇ ਮਰਨੇ ਦਾ, ਵੀਰਾ ਬਤਨਾ ਦੇ ਕਮ ਆਨੇ ਗਿਆ। ਵੀਰਾ ਬਤਨਾ ਦੇ ਕਮ ਆਨੇ ਗਿਆ। ਗੋਲੀ ਤੜ 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 ਚੱਲੀ ਸੀ ਹੋ, ਗੋਲੀ ਤੜ 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 ਚੱਲੀ ਸੀ। ਪਾਣੀ ਮਹਿੰਗਾ ਰਤ ਸਵੱਲੀ ਸੀ। ਥਾਂ ਥਾਂ ਤੇ ਲਾਸ਼ਾਂ ਵਿਛੀਆਂ ਸੀ। ਕਿਤੇ ਰੂਹ ਬਿਲਕਦੀ ਕੱਲੀ ਸੀ। ਸਾਹਿਤ ਜਗਤ ਦੇ ਨਾਲ ਜੁੜੀ ਇੱਕ ਅਜਿਹੀ ਹੀ ਸ਼ਖਸੀਅਤ ਹੈ ਬਲਬੀਰ ਸਿੰਘ, ਜਿਨ੍ਹਾਂ ਨੇ ਆਪਣੇ ਬੋਲਾਂ ਦੀ ਰਾਹੀਂ ਸ਼ਹਾਦਤ ਨੂੰ ਸਜਦਾ ਕੀਤਾ। ਮੈਂ ਲਗਭਗ 10-12 ਗੀਤ ਇਹਨਾਂ ਦੇ ਜਿਹੜੇ ਮੈਂ ਗਾਏ ਹੋਏ ਨੇ। ਮੈਂ ਥੋੜੀ ਦੋ ਕੁ ਰਚਨਾ ਗਿਆਨੀ ਜਗੀਰ ਸਿੰਘ ਲੈਣਾ ਤੋਂ ਗਿਆਨੀ ਜਗੀਰ ਸਿੰਘ ਦੀ ਕਲਮ ਤੋਂ ਲਿਖੀਆਂ ਹੋਈਆਂ ਨੇ, ਉਹਦੇ ਮੈਂ ਤੁਹਾਡੇ ਨਾਲ ਸਾਂਝੀ ਕਰਦਾ। ਆਸ ਵੀ ਕਰਦਾ ਵੀ ਸਾਨੂੰ ਉਹਦੀ ਕੁਰਬਾਨੀ ਤੇ ਮਾਣ ਹੋਣਾ ਚਾਹੀਦਾ ਸਾਨੂੰ, ਜਿਹਨੇ ਸੁਣੋਗੇ ਤੁਸੀਂ। ਗਦਰੀ ਊਧਮ ਸਿੰਘ ਸੁਨਾਮੀ ਲਾ ਗਿਆ ਦੇਸ਼ ਦੇ ਗਲੋਂ ਗੁਲਾਮੀ। ਗਦਰੀ ਊਧਮ ਸਿੰਘ ਸੁਨਾਮੀ ਲਾ ਗਿਆ ਦੇਸ਼ ਦੇ ਗਲੋਂ ਗੁਲਾਮੀ। ਕਰਦੇ ਜਾਦ ਸੁਬਾਹ ਤੇ ਸ਼ਾਮੀ, ਕਰਦੇ ਜਾਦ ਸੁਬਾਹ ਤੇ ਸ਼ਾਮੀ। ਸ਼ੇਰ ਦੀਆਂ ਮਾਰੀਆਂ ਮਾਰਾਂ ਨੂੰ
ਰਹਿਣੀ ਯਾਦ ਸਦਾ ਕੁਰਬਾਨੀ ਉਦਮ ਸਿਆ ਤੇਰੀ ਸਾਰਿਆਂ ਨੂੰ, ਰਹਿਣੀ ਯਾਦ ਸਦਾ ਕੁਰਬਾਨੀ ਉਦਮ ਸਿਆ ਤੇਰੀ ਸਾਰਿਆਂ ਨੂੰ। ਗੋਰਿਆਂ ਰੋਲਟ ਐਕਟ ਬਣਾਇਆ ਉਹ ਕੁੱਲ ਭਾਰਤੀਆਂ ਠੁਕਰਾਇਆ, ਰੋ ਵਿੱਚ ਆ ਵਾਪਸ ਕਰਵਾਇਆ ਕਰ ਕਰ ਰੋਸ ਮਝਾਰਿਆਂ ਨੂੰ। ਰਹਿਣੀ ਯਾਦ ਸਦਾ ਕੁਰਬਾਨੀ ਉਦਮ ਸਿਆ ਤੇਰੀ ਸਾਰਿਆਂ ਨੂੰ, ਰਹਿਣੀ ਯਾਦ ਸਦਾ ਕੁਰਬਾਨੀ ਉਦਮ ਸਿਆ ਤੇਰੀ ਸਾਰਿਆਂ ਨੂੰ। ਕਿੰਗਰੇ ਸਾਮਰਾਜ ਦੇ ਢਾਕੇ ਭਾਰਤ ਮਾਂ ਦਾ ਨਾਂ ਚਮਕਾ ਕੇ, ਤੂੰ ਹੋ ਗਿਆ ਅਮਰ ਸ਼ਹਾਦਤ ਪਾ ਕੇ, ਰਤਨ ਸੁਣਾਉਂਦਾ ਸਾਰਿਆਂ ਨੂੰ, ਰਤਨ ਸੁਣਾਉਂਦਾ ਸਾਰਿਆਂ ਨੂੰ। ਰਹਿਣੀ ਯਾਦ ਸਦਾ ਕੁਰਬਾਨੀ ਉਦਮ ਸਿਆ ਤੇਰੀ ਸਾਰਿਆਂ ਨੂੰ, ਰਹਿਣੀ ਯਾਦ ਸਦਾ ਕੁਰਬਾਨੀ ਉਦਮ ਸਿਆ ਤੇਰੀ ਸਾਰਿਆਂ ਨੂੰ। ਊਧਮ ਸਿੰਘ ਸਰਦਾਰ ਨੇ ਸੀ ਜਦ ਭਗਤ ਸਭਾ ਵਿੱਚ ਮਾਰੀ, ਭਾਰਤ ਮਾਂ ਦਾ ਸ਼ੇਰ ਗਰਜਿਆ ਕੰਬ ਗਈ ਲੰਦਨ ਸਾਰੀ, ਪੰਜਾਬ ਮੇਰੇ ਦਾ ਸ਼ੇਰ ਗਰਜਿਆ ਕੰਬ ਗਈ ਲੰਦਨ ਸਾਰੀ। 21 ਬਾਰੇ ਤੇਰਾ ਪਿੱਛਾ ਕੀਤਾ ਕਰੀਆਂ ਬਹੁਤ ਉਡੀਕਾਂ, 21 ਬਾਰੇ ਤੇਰਾ ਪਿੱਛਾ ਕੀਤਾ ਕਰੀਆਂ ਬਹੁਤ ਉਡੀਕਾਂ, ਕੰਨਾਂ ਦੇ ਵਿੱਚ ਗੂੰਜਦੀਆਂ ਨੇ ਬੇਦੋਸਿਆਂ ਦੀਆਂ ਚੀਕਾਂ। ਦੁਨੀਆ ਉੱਤੋਂ ਕੂਚ ਕਰਨ ਦੀ ਕਰ ਲੈ ਹੁਣੇ ਤਿਆਰੀ, ਭਾਰਤ ਮਾਂ ਦਾ ਸ਼ੇਰ ਗਰਜਿਆ ਕੰਬ ਗਈ ਲੰਦਨ ਸਾਰੀ, ਪੰਜਾਬ ਮੇਰੇ ਦਾ ਸ਼ੇਰ ਗਰਜਿਆ ਕੰਬ ਗਈ ਲੰਦਨ ਸਾਰੀ, ਸੁਨਾਮ ਸ਼ਹਿਰ ਦਾ ਸ਼ੇਰ ਗਰਜਿਆ ਕੰਬ ਗਈ ਲੰਦਨ ਸਾਰੀ। ਅਜੋਕੇ ਸਮੇਂ ਦੌਰਾਨ ਸਾਡੇ ਲਈ ਇਹ ਬਹੁਤ ਤਰਾਸਦੀ ਵਾਲੀ ਗੱਲ ਹੈ ਕਿ ਅਸੀਂ ਸ਼ਹੀਦਾਂ ਦੀ ਉਸ ਕੁਰਬਾਨੀ ਨੂੰ ਭੁੱਲਦੇ ਜਾ ਰਹੇ ਹਾਂ, ਜਿਸ ਕਾਰਨ ਅਸੀਂ ਅੱਜ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਉਮੀਦ ਕਰਦੇ ਹਾਂ ਅਸੀਂ ਉਹ ਕੌਮਾਂ ਦਾ ਹਿੱਸਾ ਨਹੀਂ ਬਣਾਂਗੇ ਜਿਹੜੀਆਂ ਆਪਣਾ ਵਿਰਸਾ, ਆਪਣਾ ਮਾਣਮੱਤਾ ਇਤਿਹਾਸ ਅਤੇ ਆਪਣੇ ਸ਼ਹੀਦਾਂ ਦੀ ਅਦੁੱਤੀ ਕੁਰਬਾਨੀ ਨੂੰ ਭੁੱਲ ਜਾਂਦੀਆਂ ਨੇ। ਇਤਿਹਾਸ ਗਵਾਹ ਹੈ ਕਿ ਅਜਿਹੀਆਂ ਕੌਮਾਂ ਦਾ ਨਾਮੋ ਨਿਸ਼ਾਨ ਵੀ ਦੁਨੀਆ ਤੇ ਨਹੀਂ ਰਿਹਾ। ਇਹ ਸਾਹਿਤਕਾਰ, ਇਹ ਰਚਨਾਕਾਰ ਉਹੀ ਨੇ ਜੋ ਸਾਨੂੰ ਸਾਡੇ ਗੌਰਵਮਈ ਇਤਿਹਾਸ ਦੇ ਨਾਲ ਜੋੜੀ ਰੱਖਦੇ ਨੇ। ਸੋ ਆਓ ਅਸੀਂ ਵੀ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਲਈ ਪੈੜਾਂ ਛੱਡ ਕੇ ਜਾਈਏ ਤੇ ਯਾਦ ਕਰੀਏ ਸ਼ਹੀਦਾਂ ਦੀ ਕੁਰਬਾਨੀ। ਸੁਨਾਮ ਤੋਂ ਆਰਨ ਕਾਂਸਲ ਦੇ ਨਾਲ ਨਿਊਜ਼ ਡੈਸਕ ਤੋਂ ਜਸਮੀਤ ਕੌਰ ਦੀ ਰਿਪੋਰਟ। ਕੀ ਤੁਸੀਂ ਦਰਸ਼ਨ ਨਹੀਂ ਕਰਨਾ ਚਾਹੋਗੇ ਅਜਿਹੇ ਸੁਤੰਤਰਤਾ ਸੈਨਾਨੀ ਦੇ ਜੱਦੀ ਘਰ ਦੇ, ਜਿਸਨੇ ਅੰਗਰੇਜ਼ਾਂ ਦੇ ਸ਼ਹਿਰ ਦੇ ਵਿੱਚ ਜਾ ਕੇ ਅੰਗਰੇਜ਼ ਪੁਲਿਸ ਨੂੰ ਚਕਮਾ ਦੇ ਕੇ ਅੰਗਰੇਜ਼ਾਂ ਦੀ ਸਭਾ ਦੇ ਵਿੱਚ ਹੀ ਜਨਰਲ ਡਾਇਰ ਨੂੰ ਗੋਲੀ ਮਾਰੀ। ਕਰੋ ਦਰਸ਼ਨ ਸੁਨਾਮ ਵਿਚਲੇ ਸ਼ਹੀਦ ਦੇ ਜੱਦੀ ਘਰ ਦੇ। ਜਲਿਆਂਵਾਲੇ ਬਾਗ ਦਾ ਖੂਨੀ ਸਾਕੇ ਦਾ ਬਦਲਾ ਲੈਣ ਵਾਲੇ ਸ਼ਹੀਦ ਊਧਮ ਸਿੰਘ ਦੇ ਜੱਦੀ ਘਰ ਦੇ ਹਾਲਾਤ ਤਰਸਯੋਗ ਬਣੇ ਹੋਏ ਨੇ, ਜਿਸ ਨੂੰ ਦੇਖ ਕੇ ਤੁਹਾਡਾ ਵੀ ਗੱਜ ਭਰ ਆਵੇਗਾ। ਇਸ ਸੰਬੰਧੀ ਪੁਰਾਤਤਵ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਜੱਦੀ ਘਰ ਸ਼ਹੀਦ ਊਧਮ ਸਿੰਘ ਦੀਆਂ ਹੱਥ ਲਿਖਤਾਂ ਮੌਜੂਦ ਨੇ। ਇਹ ਪੁਰਾਤਤਵ ਵਿਭਾਗ ਵੱਲੋਂ ਜੀ ਸਾਹਮਣਿਆ ਹੋਇਆ ਹੈ। ਇੱਥੇ ਉਹਨਾਂ ਦੀਆਂ ਹੱਥ ਲਿਖਤਾਂ ਜੋ ਆਪਦੇ ਯਾਰਾਂ ਮਿਸਟਰਾਂ ਨੂੰ ਜੇਲ੍ਹ 'ਚੋਂ ਲਿਖਦੇ ਹੁੰਦੇ ਸੀ, ਉਹਨਾਂ ਦੀਆਂ ਹੱਥਾਂ ਲਿਖਤਾਂ ਪਈਆਂ ਨੇ। ਤੇ ਛੋਟੀ ਉਮਰ 'ਚ ਇਸ ਘਰ 'ਚ ਇਹਨਾਂ ਦਾ ਜਨਮ ਹੋਇਆ 26 ਦਸੰਬਰ 1899 ਨੂੰ। ਤੇ ਉਸ ਤੋਂ ਬਾਅਦ ਉਹ ਇੱਥੇ ਛੋਟੇ ਹੁੰਦੇ ਖੇਡਦੇ ਰਹੇ। ਉਸ ਤੋਂ ਬਾਅਦ ਇਹਨਾਂ ਦੇ ਜਦ ਮਾਂ-ਬਾਪ ਦੀ ਡੈਥ ਹੋ ਗਈ, ਫਿਰ ਇਹਨਾਂ ਨੂੰ ਅੰਮ੍ਰਿਤਸਰ ਦੇ ਯਤੀਮਖਾਨੇ ਵਿੱਚ ਭਰਤੀ ਕਰਾਇਆ ਗਿਆ, ਜਿੱਥੇ ਇਹਨਾਂ ਨੇ 10ਵੀਂ ਤੱਕ ਦੀ ਪੜ੍ਹਾਈ ਯਤੀਮਖਾਨੇ ਕੀਤੀ। ਤੇ ਉੱਥੇ ਇਹਨਾਂ ਨੇ ਆਪਦਾ ਕਾਰਪੈਂਟਰ ਦਾ ਕੰਮ, ਵੱਖ-ਵੱਖ ਕੰਮ ਵੀ ਸਿੱਖੇ। ਪਰ ਜਦੋਂ ਜਲਿਆਂਵਾਲਾ ਕਾਂਡ ਹੋਇਆ, ਉਸ ਟਾਈਮ ਇਹਨਾਂ ਦੀ ਉੱਥੇ ਪਾਣੀ ਪਿਲਾਉਣ ਦੀ ਸੇਵਾ ਲੱਗੀ ਯਤੀਮਖਾਨੇ ਵੱਲੋਂ। ਉਹ ਕਾਂਡ ਇਹਨਾਂ ਨੇ ਅੱਖੀਂ ਦੇਖਿਆ। ਉਸ ਕਾਂਡ ਦਾ ਇਹਨਾਂ ਨੇ ਕਸਮ ਪਾਈ ਵੀ ਇਹਦਾ ਬਦਲਾ ਲੈਣਾ ਹੈ। ਫਿਰ ਉਸ ਕਾਂਡ ਤੋਂ ਇਹਨਾਂ ਨੇ ਗਦਰ ਪਾਰਟੀ ਨਾਲ ਸੰਬੰਧ ਬਣ ਗਏ। ਗਦਰ ਪਾਰਟੀ ਖਾਤਰ ਬਾਅਦ ਇੱਕ ਵਾਰੀ ਅਸਲਾ ਤੇ ਸਹਿਤ ਵੀ ਲੈ ਕੇ ਆਏ। ਫਿਰ ਇਹਨਾਂ ਨੂੰ 5 ਸਾਲ ਦੀ ਸਜ਼ਾ ਹੋਈ, ਜੋ ਇਹਨਾਂ ਨੇ ਮੁਲਤਾਨ ਜੇਲ੍ਹ ਕੱਟੀ। ਉਸ ਤੋਂ ਬਾਅਦ ਜੇਲ੍ਹ 'ਚੋਂ ਰਿਹਾ ਹੋ ਕੇ ਦੁਬਾਰੇ ਫਿਰ ਪਾਸਪੋਰਟ ਬਣਾ ਕੇ ਇਹ ਕਈ ਦੇਸ਼ਾਂ ਰਾਹੀਂ ਇੰਗਲੈਂਡ ਪਹੁੰਚੇ, ਜਿੱਥੇ ਲੰਡਨ ਜਾ ਕੇ ਇਹਨਾਂ ਨੇ 13 ਮਾਰਚ 1940 ਨੂੰ ਜਲਿਆਂਵਾਲੇ ਬਾਗ ਦਾ ਬਦਲਾ ਲਿਆ ਤੇ ਜਨਰਲ ਡਾਇਰ ਨੂੰ ਮਾਰ ਕੇ ਆਪਣੇ ਦੇਸ਼ ਦੇ ਖੂਨੀ ਸਾਕੇ ਦਾ ਬਦਲਾ ਲਿਆ। ਇਸ ਮੌਕੇ ਸ਼ਹਿਰ ਨਿਵਾਸੀ ਨੇ ਕਿਹਾ ਕਿ ਸ਼ਹੀਦ ਦੇ ਸ਼ਹਿਰ ਨੂੰ ਸਰਕਾਰਾਂ ਦੇ ਵੱਲੋਂ ਅੱਖੋਂ ਪਰੋਖੇ ਕੀਤਾ ਗਿਆ ਹੈ। ਜਿੱਥੇ ਅੱਜ ਅਸੀਂ ਸਾਰੇ ਸ਼ਹਿਰ ਨਿਵਾਸੀ 31 ਜੁਲਾਈ ਨੂੰ ਸ਼ਹੀਦੀ ਆਜ਼ਮ ਸਰਦਾਰ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣ ਜਾ ਰਹੇ ਹਾਂ। ਇਹ ਉਹ ਸ਼ਹੀਦ ਆ ਜਿਸ ਨੇ ਕਿ
ਇੱਕ ਲਾਸਾਨੀ ਕੁਰਬਾਨੀ ਕਰਕੇ ਸਾਡੇ ਦੇਸ਼ ਨੂੰ, ਸਾਡੇ ਪੰਜਾਬ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਾਇਆ। ਉਹਨਾਂ ਦੀ ਕੁਰਬਾਨੀ ਐਡੀ ਵੱਡੀ ਲਾਸਾਨੀ ਹੋਣ ਦੇ ਬਾਵਜੂਦ, ਕਿਉਂਕਿ ਸ਼ਹੀਦ ਆਜ਼ਮ ਸਰਦਾਰ ਊਧਮ ਸਿੰਘ ਨੇ ਲੰਡਨ ਜਾ ਕੇ ਉਸ ਡਾਇਰ ਤੋਂ, ਜਿਸ ਨੂੰ ਕਿ ਜਲਿਆਂਵਾਲੇ ਬਾਗ ਵਿੱਚ ਨਿਰਦੋਸ਼ ਪੰਜਾਬੀਆਂ ਦਾ ਕਾਤਲ ਸੀ ਤੇ ਜਲਿਆਂਵਾਲੇ ਬਾਗ ਦਾ ਕਾਤਲ ਸੀ, ਉਹ ਲੰਡਨ ਜਾ ਕੇ ਨਹਿਰ ਸਰਦਾਰ ਊਧਮ ਸਿੰਘ ਨੇ ਉਸ ਤੋਂ ਬਦਲਾ ਲਿਆ ਤੇ ਉਹਨੂੰ ਗੋਲੀਆਂ ਨਾਲ ਮਾਰਿਆ। ਤੁਸੀਂ ਮੰਗਾਂ ਕਰਦੇ ਹੋ, ਸਮੇਂ-ਸਮੇਂ ਦੀਆਂ ਸਰਕਾਰਾਂ ਆਈਆਂ, ਸ਼ਹਿਰ ਨੂੰ ਆਦਰਸ਼ ਸ਼ਹਿਰ ਡਿਵੈਲਪ ਕਰ ਪਾਈਆਂ, ਨਹੀਂ ਕਰ ਪਾਈਆਂ, ਕੀ ਲੱਗਦਾ ਹੈਗਾ ਤੁਹਾਨੂੰ? ਕਿੱਡੀ ਬੜੀ ਸ਼ਹੀਦ ਆਜ਼ਮ ਸਰਦਾਰ ਊਧਮ ਸਿੰਘ ਦੀ ਕੁਰਬਾਨੀ ਆ, ਉਸ ਹਿਸਾਬ ਨਾਲ ਇਸ ਸ਼ਹਿਰ ਦੀ ਡਿਵੈਲਪਮੈਂਟ ਨਹੀਂ ਹੋਈ। ਊਧਮ ਸਿੰਘ ਵਾਲਾ ਤੋਂ ਤੇਜਿੰਦਰ ਦੇ ਨਾਲ ਆਰਨ ਕਾਂਸਲ ਦੀ ਵਿਸ਼ੇਸ਼ ਰਿਪੋर्ट फास्ट वे न्यूज़ ਦੇ ਲਈ। शहीदों की चिताओं पर लगेंगे हर बरस मेले, वतन पर मरने वालों का यही बाकी निशान होगा। शहीद उधम सिंह तां अजिहा काम कर गए, पर की साडियां सरकारां ने अपना काम कीता? शहादत दे कई साल बाद उन्हां दा परिवार अणगौलिया कीता जा रहा ते सरकारां दे मूंह फिर रवैये ते की कहंदा उधम सिंह दा परिवार, आओ सुणदे आ। शहीद उधम सिंह अजिहे शहीद जिन्हां ने इंग्लैंड विच जाके जलियांवाले बाग दा बदला लिया ਅਤੇ ਜਨਰਲ ਔਡਵਾਇਰ ਨੂੰ ਗੋਲੀਆਂ ਮਾਰੀਆਂ, ਜਿਨ੍ਹਾਂ ਦਾ ਪਰਿਵਾਰ ਅੱਜ ਵੀ ਉਹਨਾਂ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਲਈ ਅਤੇ ਉਹਨਾਂ ਦੀਆਂ ਇੰਗਲੈਂਡ ਵਿੱਚ ਪਈਆਂ ਚੀਜ਼ਾਂ ਨੂੰ ਵਾਪਸ ਮੰਗਵਾਉਣ ਲਈ ਜਹਿਦ ਕਰ ਰਿਹਾ ਹੈ। 31 ਜੁਲਾਈ ਨੂੰ ਸ਼ਹੀਦ ਦੀ ਬਰਸੀ ਹੁੰਦੀ ਹੈ ਤੇ ਇਸ ਮੌਕੇ ਜਦੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਚੰਡੀਗੜ੍ਹ ਦੇ ਹਵਾਈ ਅੱਡੇ ਦਾ ਨਾਂ ਸ਼ਹੀਦ ਦੇ ਨਾਂ ਤੇ ਰੱਖਿਆ ਜਾਵੇ। ਇਹ ਸ਼ਾਇਦ ਉਹਨਾਂ ਦੀ ਜਿਹੜੀ ਕੁਰਬਾਨੀ ਹੈ ਜੀ, ਉਹ ਤਾਂ ਜੀ ਦੁਨੀਆ ਨੂੰ, ਆਪਣੇ ਸਾਰੇ ਦੇਸ਼ ਨੂੰ ਯਾਦ ਆ ਜੀ। ਹਾਂਜੀ, ਉਹਦੇ ਕਰਕੇ ਜੀ ਦੇਖੋ ਹੁਣ ਜਲਿਆਂਵਾਲੇ ਬਾਗ ਦਾ ਸਾਰੇ ਹਿੰਦੁਸਤਾਨ 'ਚ ਵਰਲਡ ਵਿੱਚ ਨਾਮ ਆ ਹੈ ਜੀ। ਉਹਦੇ ਫਿਰ ਹੀਰੋ ਜੀ ਸ਼ਹੀਦ ਊਧਮ ਸਿੰਘ ਜੀ ਹੋਏ ਆ ਜੀ। ਤੁਹਾਨੂੰ ਕਿੰਨੇ ਕੁ ਯਾਦ ਆਉਂਦੇ ਨੇ ਉਹ? ਨਹੀਂ, ਯਾਦ ਤਾਂ ਜੀ ਆਉਂਦੀ ਹੋਇਆ ਜੀ, ਸਾਡੀ ਦਾਦੀ ਮਾਂ ਬਹੁਤ ਯਾਦ ਕਰਿਆ ਕਰਦੀ ਜੀ। ਸਾਡੇ ਪਿਤਾ ਜੀ ਵੀ ਹੁਣ ਅਖੀਰ ਤੱਕ ਬਹੁਤ ਯਾਦ ਕਰਦੇ ਸੀਗੇ ਜੀ। ਉਹਨਾਂ ਨੂੰ ਲੈ ਕੇ, ਉਹਨਾਂ ਦੇ ਕਾਰਨਾਮਿਆਂ ਨੂੰ ਲੈ ਕੇ। ਹਾਂਜੀ, ਕੀ ਮੰਗਾਂ ਨੇ ਪੂਰੀਆਂ ਨਹੀਂ ਹੋ ਪਾਈਆਂ? ਸਾਡੀਆਂ ਮੰਗਾਂ ਤਾਂ ਜੀ ਸਰਕਾਰਾਂ ਬਦਲੀ ਜਾਂਦੀਆਂ ਜੀ, ਆਈ ਜਾਂਦੀਆਂ ਜੀ। ਮੰਗਾਂ ਤਾਂ ਜੀ ਪੂਰੀਆਂ ਸਰਕਾਰ ਕੋਈ ਵੀ ਨਹੀਂ ਕਰਦੀ। ਨਾ ਤਾਂ ਜੀ ਜਿਹੜੇ ਸ਼ਹੀਦ ਗਏ ਇੱਥੇ ਦੇ ਆਪਣੇ ਲੰਡਨ 'ਤੇ ਜੀ ਸਮਾਨ ਪਿਆ ਹੈਗਾ ਜੀ, ਨਾ ਤਾਂ ਉਹ ਲੈ ਕੇ ਆਈ ਜੀ ਸਰਕਾਰ ਕੋਈ ਵੀ ਹਾਲ ਤੱਕ। ਹਾਂਜੀ, ਦੂਜੀ ਗੱਲ ਆ ਜੀ, ਪਿਤਾ ਜੀ ਮੰਗਾਂ ਮੰਗਦੇ ਹੀ ਹੁਣ ਤੱਕ ਚਲੇ ਗਏ। ਦੂਜੀ ਮੰਗ ਸਾਡੀ ਇਹ ਹੈ ਜੀ ਵੀ ਸਰਕਾਰਾਂ ਕਰਦੀਆਂ ਕੁਛ ਨਹੀਂ ਹੈਗੀਆਂ ਜੀ ਸੁਨਾਮ 'ਚ। ਕੋਈ ਵਧੀਆ ਯੂਨੀਵਰਸਿਟੀ ਲੈ ਕੇ ਆਵੇ ਜੀ ਸੁਨਾਮ ਵਾਸਤੇ, ਬੱਚੇ ਪੜ੍ਹਨ ਜੀ। ਸਾਡੇ ਜਿਹੜੀ ਦੂਰ ਜਾਂਦੇ ਆ ਜੀ ਬੱਚੇ, ਕਿਤੇ ਅੰਮ੍ਰਿਤਸਰ ਜਾਂਦੇ ਆ ਜੀ, ਕਿਤੇ ਫਰੀਦਕੋਟ ਜਾਂਦੇ ਆ ਜੀ, ਕਿਤੇ ਲੁਧਿਆਣਾ ਜਾਂਦੇ ਆ ਜੀ। ਸਾਡੇ ਏਰੀਏ ਦੇ ਬੱਚੇ ਜੀ ਸੰਗਰੂਰ ਗਏ, ਬਹੁਤ ਦੂਰ ਦੂਰ ਤੱਕ। ਪਰ ਹੁਣ ਸਾਨੂੰ ਆਸ ਹੈਗੀ ਜੀ ਵੀ ਸਾਡੇ ਸੁਨਾਮ ਕੇ ਮੁੱਖ ਮੰਤਰੀ ਬਣੇ ਹੈਗੇ ਜੀ CM ਸਾਹਿਬ। ਇਹਨਾਂ ਦੇ ਅਸੀਂ ਬਹੁਤ ਮੰਗ ਕਰਦੇ ਹਾਂ ਜੀ ਵੀ ਕਿ ਸਾਡੇ ਯੂਨੀਵਰਸਿਟੀ ਲੈ ਕੇ ਆਓ ਜੀ, ਕੋਈ ਬੱਚੇ ਪੜ੍ਹਨ ਜੀ। ਉਸ ਤੋਂ ਇਲਾਵਾ ਜੀ ਜਿਹੜੇ ਬੇਰੁਜ਼ਗਾਰ ਬੱਚੇ ਫਿਰਦੇ ਆ ਜੀ, ਨਸ਼ਿਆਂ ਵੱਲ ਭੱਜੇ ਫਿਰਦੇ ਆ, ਵੱਡੀਆਂ ਕੋਈ ਫੈਕਟਰੀਆਂ ਜੀ, ਵੱਡੇ ਉਦਯੋਗ ਕੋਈ ਲੈ ਕੇ ਆਉਣ ਸਾਡੇ ਏਰੀਏ 'ਚ ਹੈ ਜੀ। ਉਹ ਸਾਨੂੰ ਇੰਪੋਰਟੈਂਟ ਮੰਗ ਉਹੀ ਹੈਗੀ ਜੀ। ਇੱਕ ਸਾਰਿਆਂ ਨਾਲੋਂ ਇੰਪੋਰਟੈਂਟ ਮੰਗ ਇਹ ਹੈਗੀ ਜੀ ਵੀ ਜਿਹੜਾ ਆਪਣੇ ਚੰਡੀਗੜ੍ਹ ਜੀ ਹਵਾਈ ਅੱਡਾ ਉਹ ਸ਼ਹੀਦ ਜੀ ਦੇ ਨਾਮ 'ਤੇ ਰੱਖਿਆ ਜਾਵੇ, ਕਿਉਂਕਿ 1940 ਕੇ 13 ਅਪ੍ਰੈਲ ਨੂੰ ਸੁਨਾਮ ਦਾ ਨਾਮ ਮਸ਼ਹੂਰ ਕੀਤਾ ਉਹਨਾਂ ਨੇ, ਪੰਜਾਬ ਦਾ ਸਾਡੇ ਦਾ, ਕਿ ਵਰਲਡ 'ਚ ਵੀ ਪੰਜਾਬ ਦਾ ਨਾਮ ਜੀ ਸ਼ਹੀਦ ਦੇ ਨਾਮ 'ਤੇ ਆਵੇ। ਇਹ ਸਭ ਨਾਲੋਂ ਵੱਡੀ ਮੰਗ ਹੈ ਜੀ ਸਾਡੀ। ਸਾਡੇ ਸ਼ਹੀਦ ਨੂੰ ਅਣਗਹਿਲਿਆ ਕਰੀ ਜਾਂਦੀਆਂ ਜੀ ਸਰਕਾਰਾਂ, ਹਰ ਇੱਕ ਜਿਹੜੀ ਸਰਕਾਰ ਆਉਂਦੀ ਹੈ ਜੀ। ਸ਼ਹੀਦ ਊਧਮ ਸਿੰਘ ਨੂੰ ਤੀਜੇ ਨੰਬਰ 'ਤੇ ਵੀ ਨਹੀਂ ਸਮਝਦੇ ਜੀ, ਚੌਥੇ ਨੰਬਰ 'ਤੇ ਵੀ ਨਹੀਂ ਸਮਝਦੇ। ਇਸ ਤੋਂ ਇਲਾਵਾ ਸੁਨਾਮ ਵਿੱਚ ਇੱਕ ਯੂਨੀਵਰਸਿਟੀ ਬਣਾਈ ਜਾਵੇ ਅਤੇ ਬੇਰੁਜ਼ਗਾਰਾਂ ਨੂੰ ਨੌਕਰੀ ਦਿੱਤੀ ਜਾਵੇ। ਪਰਿਵਾਰਿਕ ਮੈਂਬਰਾਂ ਨੂੰ ਰੰਜ ਹੈ ਕਿ ਸਮੇਂ ਦੀਆਂ ਹਕੂਮਤਾਂ ਨੇ ਹਮੇਸ਼ਾ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਅਤੇ ਉਹਨਾਂ ਨੂੰ ਅਣਗੌਲਿਆ ਕੀਤਾ ਹੈ। ਨਵੀਂ ਸਰਕਾਰ ਆਈ ਹੈ ਜਿਹੜੀ, ਇਹ ਸਾਡੇ ਕਾਲਜ 'ਚ ਫੋਟੋਆਂ ਧੱਕੇ ਨਾਲ ਲਾਉਂਦੇ ਜਿਨ੍ਹਾਂ ਦੀਆਂ ਦਫ਼ਤਰਾਂ 'ਚ ਵੀ ਨਹੀਂ ਲਾਉਣ ਦਿੰਦੇ ਜੀ, ਕਿਉਂਕਿ ਸ਼ਹੀਦ ਨੂੰ ਘੱਟ ਗਿਣਤੀਆਂ ਸਮਝ ਕੇ ਜੀ ਬਿਲਕੁਲ ਪਿੱਛੇ ਛੱਡ ਰਹੀਆਂ ਸਰਕਾਰਾਂ। ਜਿਹੜੀ ਨਵੀਂ ਸਰਕਾਰ ਆਈ ਉਹਦਾ ਬਿਲਕੁਲ ਇਹਨਾਂ ਦਾ ਜਨਮ ਹੀ ਅਣਗਹਿਲਿਆ ਕਰਤਾ ਜੀ।
ਕਿਉਂਕਿ ਸਾਡੇ ਮੁੱਖ ਮੰਤਰੀ ਜਿਹੜੇ ਹੋਏ ਆ ਸੁਨਾਮ ਗਏ ਵਿੱਚ ਖੇਡੇ ਹੋਏ ਆ, ਪੜ੍ਹੇ ਹੋਏ ਆ, ਕਦੇ ਨਾਮ ਨਹੀਂ ਜੇ ਅੱਜ ਤੱਕ ਮੈਂ ਤਾਂ ਸੁਣਿਆ ਵੀ ਮੈਂ ਉਸ ਸੁਨਾਮ ਗਾ ਮੁੱਖ ਮੰਤਰੀ ਬਣਿਆ ਜਿੱਥੇ ਕਿ ਸਾਡਾ ਸ਼ਹੀਦ ਊਧਮ ਸਿੰਘ ਹੋਇਆ। 31 ਜੁਲਾਈ 1940 ਨੂੰ ਸ਼ਹੀਦ ਊਧਮ ਸਿੰਘ ਨੂੰ ਫਾਂਸੀ ਦਿੱਤੀ ਗਈ ਤੇ ਉਹਨਾਂ ਨੇ ਦੇਸ਼ ਦੀ ਖਾਤਰ ਆਪਾ ਵਾਰ ਦਿੱਤਾ। ਅੱਜ ਲੋੜ ਹੈ ਉਹਨਾਂ ਦੇ ਪਰਿਵਾਰ ਦੀ ਬਾਹ ਫੜਨ ਦੀ ਅਤੇ ਉਹਨਾਂ ਨੂੰ ਬੰਦਾ ਮਾਨ ਸਤਿਕਾਰ ਦੇਣ ਦੀ। ਸੁਨਾਮ ਤੋਂ ਆਰਐਨ ਕੈਂਸਲ ਦੇ ਨਾਲ ਨਿਊਜ਼ ਡੈਸਕ ਤੋਂ ਗੁਰਵਿੰਦਰ ਸਿੰਘ ਚੱਠਾ ਦੀ ਰਿਪੋਰਟ, ਫਾਸਟ ਵੇ ਨਿਊਜ਼। ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ, ਪਰੇਸ਼ਾਨ ਹੋ ਜਾਓਗੇ ਤੇ ਹੋਣਾ ਵੀ ਲਾਜ਼ਮੀ ਹੈ, ਪਰ ਜਿਨ੍ਹਾਂ ਨੂੰ ਹੋਣਾ ਚਾਹੀਦਾ ਸੀ ਉਹ ਨਹੀਂ ਹੋ ਰਹੇ। ਦਰਅਸਲ ਸੁਨਾਮ ਦੇ ਵਿੱਚ ਊਧਮ ਸਿੰਘ ਦੇ 4 ਬੁੱਤ ਲੱਗੇ ਨੇ ਤੇ ਪਰੇਸ਼ਾਨੀ ਇਸ ਗੱਲ ਦੀ ਹੈ ਕਿ ਚਾਰਾਂ ਦੀਆਂ ਸ਼ਕਲਾਂ ਵੱਖੋ ਵੱਖਰੀਆਂ ਨੇ। ਸ਼ਹੀਦ ਊਧਮ ਸਿੰਘ ਦੇ ਸ਼ਹਿਰ ਸੁਨਾਮ ਵਿਖੇ ਉਹਨਾਂ ਦੀ ਪ੍ਰਤਿਮਾ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ। ਗਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਅਤੇ ਸ਼ਹੀਦ ਪਰਿਵਾਰ ਵੱਲੋਂ ਇਸ ਗੱਲ ਦੀ ਤਸਦੀਕ ਕੀਤੀ ਜਾ ਰਹੀ ਹੈ ਕਿ ਜੋ ਮੈਮੋਰੀਅਲ 31 ਜੁਲਾਈ 2021 ਨੂੰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕ ਸਮਰਪਿਤ ਕੀਤਾ ਗਿਆ ਸੀ, ਉਸ ਵਿੱਚ ਲੱਗੇ ਬੁੱਤ ਦੀ ਤਸਵੀਰ ਕਿਸੇ ਵੀ ਰੂਪ ਵਿੱਚ ਸ਼ਹੀਦ ਊਧਮ ਸਿੰਘ ਨਾਲ ਨਹੀਂ ਮਿਲਦੀ। ਗਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਦੇ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਹਨਾਂ ਨੇ ਊਧਮ ਸਿੰਘ ਤੇ ਕਈ ਕਿਤਾਬਾਂ ਲਿਖੀਆਂ ਹਨ ਅਤੇ ਪਿਛਲੇ 20 ਸਾਲਾਂ ਤੋਂ ਉਹਨਾਂ ਤੇ ਰਿਸਰਚ ਕਰ ਰਹੇ ਨੇ, ਪਰ ਸਰਕਾਰੀ ਤੌਰ ਤੇ ਇਸਤੇਮਾਲ ਕੀਤੀ ਜਾ ਰਹੀ ਸ਼ਹੀਦ ਊਧਮ ਸਿੰਘ ਦੀ ਤਸਵੀਰ ਅਸਲੀ ਊਧਮ ਸਿੰਘ ਨਾਲ ਮੇਲ ਨਹੀਂ ਖਾਂਦੀ। ਅਸੀਂ ਲਗਾਤਾਰ ਯਾਨੀ ਕਿ ਮੈਂ ਉੱਤੇ ਖੋਜ ਕਰ ਰਿਹਾ ਤੇ ਉਹਦੇ ਸੰਬੰਧੀ ਖੋਜ ਕਰਦੇ ਦੌਰਾਨ ਵੀ ਜਿਹੜੇ ਕੁਝ ਤੱਥ ਜਿਹੜੇ ਉਹਨਾਂ ਨਾਲ ਸੰਬੰਧਿਤ ਹੈਗੇ, ਅਸੀਂ ਉਹਨਾਂ ਨੂੰ ਵੀ ਸਾਡੀ ਕੋਸ਼ਿਸ਼ ਇਹ ਹੈ ਇੱਕ ਤਾਂ ਵਿਚਾਰਧਾਰਾ ਲੋਕਾਂ 'ਚ ਜਾਵੇ, ਉਹਨਾਂ ਦੀ ਇੱਕ ਜਿਹੜੇ ਤੱਥ ਹੈ ਸਹੀ ਤੱਥ ਜਿਹੜੇ ਹੈਗੇ ਉਹ ਲੋਕਾਂ ਤੱਕ ਜਾਣ। ਅਸੀਂ ਪਿਛਲੇ ਦਿਨਾਂ ਸਾਡਾ ਗਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਇਸੇ ਕਰਕੇ ਸ਼ਹਿਰ ਦੇ ਜਿਹੜੇ ਇਮਾਨਦਾਰ ਲੋਕ ਹੈ ਇਹਨਾਂ ਨੇ ਮਿਲ ਕੇ ਬਣਾਇਆ। ਸਾਡਾ ਮਕਸਦ 2 ਹੈ, ਇੱਕ ਤਾਂ ਪਹਿਲਾ ਮਕਸਦ ਸ਼ਹੀਦ ਦੀ ਸਹੀ ਸੋਚ ਜਿਹੜੀ ਲੋਕਾਂ ਤੱਕ ਜਾਵੇ, ਦੂਜਾ ਸਾਡਾ ਮਕਸਦ ਹੈ ਜਿਹੜੇ ਉਹਦੇ ਨਾਲ ਸੰਬੰਧਿਤ ਮੁੱਦੇ ਹੈ, ਚਾਹੇ ਇਹ ਬੁੱਤ ਦੀ ਗੱਲ ਹੋਵੇ, ਚਾਹੇ ਉਹਨਾਂ ਦੇ ਕੌਮੀ ਸ਼ਹੀਦ ਦਾ ਦਰਜਾ ਦਿਵਾਉਣ ਵਾਲੀ ਗੱਲ ਹੋਵੇ, ਚਾਹੇ ਉਹਨਾਂ ਦੀ ਜਿਵੇਂ ਸਟੈਂਪ ਹੈਗੀ ਆ, ਸਟੈਂਪ ਇੱਕ ਵਾਰ ਉਹਨਾਂ ਦੀ ਇਸ਼ੂ ਕੀਤੀ ਸੀ ਗਵਰਨਮੈਂਟ ਨੇ, ਉਹ ਵੀ ਉਹਨਾਂ ਦੀ ਪੇਂਟਿੰਗ ਦੀ ਫੋਟੋ ਦੀ ਯੂਜ਼ ਕੀਤੀ ਸੀ। ਅਸੀਂ ਸਰਕਾਰ ਤੋਂ ਇਹ ਵੀ ਮੰਗ ਕਰਦੇ ਰਹੇ ਵੀ ਜਿਹੜੀ ਸਟੈਂਪ ਹੈਗੀ ਹੈ ਉਹਨਾਂ ਦੀ ਅਸਲੀ ਫੋਟੋ ਨਾਲ ਮਿਲਦੀ ਹੈ ਜਿਹੜੀ ਸਟੈਂਪ ਸਰਕਾਰ ਨੂੰ ਜਾਰੀ ਕਰਨੀ ਚਾਹੀਦੀ ਹੈ, ਜਾਂ ਇਸ ਤਰ੍ਹਾਂ ਦੇ ਜਿਵੇਂ ਇਸ ਸ਼ਹਿਰ ਦੇ ਵਿੱਚ ਉਹਨਾਂ ਦੀ ਇੱਕ ਮਿਊਨਿਸਪਲ ਲਾਇਬ੍ਰੇਰੀ ਜਿਹੜੀ ਸ਼ਹਿਰ ਦੇ ਵਿੱਚ ਆ ਉਹਨਾਂ ਦੇ ਨਾਮ ਤੇ ਉਹ ਬੰਦ ਪਈ ਸੀ। ਸਾਡੇ ਮੰਚ ਵੱਲੋਂ ਲਗਾਤਾਰ ਮਿਊਨਿਸਪਲ ਕਮੇਟੀ ਪ੍ਰਸ਼ਾਸਨ ਨਾਲ ਮਿਲ ਕੇ ਉਹਨੂੰ ਚਾਲੂ ਕਰਵਾਇਆ ਗਿਆ, ਬੰਦੇ ਦੀ ਡਿਊਟੀ ਲਗਾਈ ਗਈ। ਮਤਲਬ ਇਸ ਤਰ੍ਹਾਂ ਦਾ ਜਿਹੜਾ ਸਾਡਾ ਮੰਚ ਹੈ ਜਿਹੜਾ ਲਗਾਤਾਰ ਇਹ ਇਸ਼ੂ ਚੱਕਦਾ। ਦੂਜੇ ਪਾਸੇ ਸ਼ਹੀਦ ਊਧਮ ਸਿੰਘ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਮੈਮੋਰੀਅਲ ਬਣਾਉਂਦੇ ਸਮੇਂ ਉਹਨਾਂ ਨਾਲ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ, ਜਿਸ ਦੇ ਚਲਦਿਆਂ ਉਹਨਾਂ ਨੂੰ ਪ੍ਰਤਿਮਾ ਦੇਖ ਕੇ ਹੈਰਾਨੀ ਹੋਈ। ਲਗਭਗ 1 ਸਾਲ ਤੋਂ ਅਸੀਂ ਸ਼ਹੀਦ ਊਧਮ ਸਿੰਘ ਸੰਬੰਧੀ ਉਸਦੇ ਵਿਚਾਰਾਂ ਸੰਬੰਧੀ ਜਿੱਥੇ ਲੋਕਾਂ ਨੂੰ ਜਾਗਰਤ ਕਰ ਰਹੇ ਹਾਂ, ਉੱਥੇ ਹੀ ਸ਼ਹੀਦ ਊਧਮ ਸਿੰਘ ਦੇ ਚਿੱਤਰ ਨੂੰ ਲੈ ਕੇ, ਉਹਦੇ ਬੁੱਤਾਂ ਨੂੰ ਲੈ ਕੇ, ਉਹਦੀਆਂ ਫੋਟੋਆਂ ਨੂੰ ਲੈ ਕੇ, ਕਿਉਂਕਿ ਕੋਈ ਵੀ ਜਿਹੜਾ ਉਹਦੇ ਪ੍ਰਚਲਿਤ ਫੋਟੋਆਂ ਨੇ ਉਹ ਊਧਮ ਸਿੰਘ ਦੀਆਂ ਅਸਲੀ ਫੋਟੋਆਂ ਨਾਲ ਨਹੀਂ ਮਿਲਦੀਆਂ, ਜਦੋਂ ਕਿ ਅੱਜ ਮਤਲਬ ਸਾਡੇ ਕੋਲੇ ਅਵੇਲੇਬਲ ਨੇ ਸ਼ਹੀਦ ਦੀਆਂ ਅਸਲੀ ਫੋਟੋਆਂ। ਤੇ ਇਹ ਅਸੀਂ ਲਗਾਤਾਰ ਕੰਪੇਨ ਚਲਾ ਰਹੇ ਹਾਂ ਕਿਉਂਕਿ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ 31 ਜੁਲਾਈ ਨੂੰ ਆ ਰਿਹਾ ਹੈ, ਇਸ ਲਈ ਅਸੀਂ 24 ਤੋਂ ਲੈ ਕੇ 30 ਜੁਲਾਈ ਤੱਕ ਲਗਾਤਾਰ ਇੱਕ ਲੋਕਾਂ ਦੇ ਘਰ ਘਰ ਸ਼ਹੀਦ ਦੇ ਵਿਚਾਰਾਂ ਨੂੰ ਪਹੁੰਚਾਉਣ ਦੇ ਲਈ ਮੁਹਿੰਮ ਚਲਾਈ ਹੋਈ ਹੈ, ਜਿਸ ਦਿਨ ਅਸੀਂ ਵੱਖ-ਵੱਖ ਸਕੂਲਾਂ ਦੇ ਵਿੱਚ ਜਾ ਕੇ ਵੱਖ-ਵੱਖ ਸੰਸਥਾਵਾਂ ਦੇ ਨਾਲ ਸੰਪਰਕ ਕਰਕੇ ਉਹਨਾਂ ਨੂੰ ਅਸੀਂ ਸ਼ਹੀਦ ਦੇ ਵਿਚਾਰਾਂ ਬਾਰੇ ਦੱਸਦੇ ਹਾਂ, ਉਹਨਾਂ ਨੂੰ ਸ਼ਹੀਦ ਸੰਬੰਧੀ ਜੋ ਮੰਗਾਂ ਨੇ ਉਹਨਾਂ ਸੰਬੰਧੀ ਜਾਣਕਾਰੀ ਦਿੰਦੇ ਹਾਂ, ਤਾਂ ਕਿ ਬੱਚੇ ਨੇ ਜਿਹੜੇ ਉਹਨੂੰ ਪਤਾ ਲੱਗ ਸਕੇ ਕਿ ਜੋ ਸ਼ਹੀਦ ਊਧਮ ਸਿੰਘ ਹੈ ਇਹ ਗਦਰ ਲਹਿਰ ਦੇ ਨਾਲ ਸੰਬੰਧਿਤ ਸੀਗਾ, ਇਸ ਦੇ ਕੀ ਵਿਚਾਰ ਸੀ। ਤੇ ਇਹਦੇ ਨਾਲ ਹੀ ਉਹਨਾਂ ਨੂੰ ਇਹ ਵੀ ਦੱਸਦੇ ਹਾਂ ਕਿ ਸ਼ਹੀਦ ਦੀ ਜੋ ਅਸਲੀ ਪਹਿਚਾਣ ਹੈ ਉਹ ਉਹਨਾਂ ਦੇ ਮਨਾਂ ਦੇ ਵਿੱਚ ਆਉਣੀ ਚਾਹੀਦੀ ਹੈ। ਇਸ ਮੁਹਿੰਮ ਦੇ ਦੌਰਾਨ ਸਾਡਾ ਟਾਰਗੇਟ ਹੈ ਕਿ ਅਸੀਂ 6-7 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਤੇ ਅਧਿਆਪਕਾਂ ਤੱਕ ਜਾਵਾਂਗੇ। ਸਿੱਧੇ ਤੌਰ ਤੇ ਜੋ ਅਸਿੱਧੇ ਤੌਰ ਤੇ, ਕਿਉਂਕਿ ਉਹਨਾਂ ਨੇ ਹਰ ਪਰਿਵਾਰ ਦੇ ਵਿੱਚ ਗੱਲ ਜਾਣੀ ਹੈ, ਲਗਭਗ 70-80 ਹਜ਼ਾਰ ਲੋਕਾਂ ਤੱਕ ਇਹ ਸੁਨੇਹਾ ਜਿਹੜਾ ਸਾਡਾ ਲੈ ਕੇ ਜਾਣ ਦਾ ਟੀਚਾ ਹੈ। ਸੁਨਾਮ ਤੋਂ ਆਰਐਨ ਕਾਂਸਲ ਦੀ ਵਿਸ਼ੇਸ਼ ਰਿਪੋਰਟ। ਸਾਲਾਂ ਬਾਅਦ ਵੀ ਸਾਡੀ ਸਰਕਾਰ ਸ਼ਹੀਦ ਊਧਮ ਸਿੰਘ ਦੀਆਂ ਨਿਸ਼ਾਨੀਆਂ ਨੂੰ ਮੁਲਕ ਨਹੀਂ ਲਿਆ ਸਕੀ ਤੇ ਹਰ ਸਾਲ ਸੁਨਾਮ ਦੇ ਬਸ਼ਿੰਦੇ ਇਹ ਮੰਗ ਦੁਹਰਾਉਂਦੇ ਨੇ ਤੇ ਕਦੇ-ਕਦਾਈ ਧਰਵਾਸ ਵੀ ਮਿਲਦਾ ਹੋਵੇਗਾ, ਪਰ ਪਰਨਾਲਾ ਉੱਥੇ ਦਾ ਉੱਥੇ।
31 ਜੁਲਾਈ ਨੂੰ ਜਦੋਂ ਊਧਮ ਸਿੰਘ ਨੂੰ ਜੱਜ ਸਾਹਿਬ ਨੇ ਪੁੱਛਿਆ ਸੀ ਤੁਹਾਡੀ ਆਖਰੀ ਇੱਛਾ ਕੀ ਹੈ, ਤਾਂ ਉਹਨਾਂ ਨੇ ਕਿਹਾ ਸੀ ਮੈਂ ਦੋਸ਼ੀ ਨਹੀਂ ਹਾਂ ਰਾਜ ਦਾ, ਨਾ ਚੋਰ ਜੁਆਰੀ, ਮੈਂ ਜੋ ਕੁਝ ਕੀਤਾ ਦੇਸ਼ ਲਈ ਲੋਕਾਂ ਹਿਤਕਾਰੀ, ਮੇਰੀ ਦੇਹ ਦੀ ਭਸਮ ਨੂੰ ਘੱਲਿਓ ਭਾਰਤ ਵਿਚਕਾਰੀ, ਮੈਂ ਮਾਤ ਭੂ ਨੂੰ ਚੁੰਮ ਲਾਂ ਫਿਰ ਅੰਤਮ ਵਾਰੀ, ਫਿਰ ਅੰਤਮ ਵਾਰੀ, ਇਹੀ ਹੋ ਜਾਵੇ, ਇਹੀ ਮੇਰੀ ਆਖਰੀ ਇੱਛਾ ਹੈ। ਇਹ ਕਹਿਣਾ ਸੀ ਉਸ ਵਕਤ ਸ਼ਹੀਦ ਊਧਮ ਸਿੰਘ ਜੀ ਦਾ, ਜੋ ਸਾਡੇ ਮਨਾਂ ਦੇ ਵਿੱਚ ਜਿਉਂਦੇ ਨੇ ਤੇ ਸਤਿਕਾਰਤ ਨੇ। ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਹੈ। ਉਹਨਾਂ ਦੇ ਜੱਦੀ ਸ਼ਹਿਰ ਸੁਨਾਮ ਦੀ ਕੀ ਹਾਲਤ ਹੈ ਤੇ ਇੱਥੋਂ ਦੇ ਬਾਸ਼ਿੰਦੇ ਸ਼ਹੀਦ ਊਧਮ ਸਿੰਘ ਲਈ ਅੱਜ ਵੀ ਉਹੀ ਮੰਗ ਦੁਹਰਾ ਰਹੇ ਨੇ ਜੋ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਲਗਾਤਾਰ ਉੱਠਦੀ ਰਹੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸ਼ਹੀਦ ਊਧਮ ਸਿੰਘ ਦੇ ਸ਼ਹਿਰ ਨੂੰ ਇੱਕ ਆਦਰਸ਼ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਤੇ ਊਧਮ ਸਿੰਘ ਨੂੰ ਕੌਮੀ ਸ਼ਹੀਦ ਐਲਾਨਿਆ ਜਾਏ। ਇਸ ਦੇ ਨਾਲ ਹੀ ਇੰਗਲੈਂਡ ਪਈਆਂ ਉਹਨਾਂ ਦੀਆਂ ਚੀਜ਼ਾਂ ਨੂੰ ਵਤਨ ਲਿਆਂਦਾ ਜਾਵੇ। ਸਾਨੂੰ ਇਸ ਗੱਲ ਦਾ ਮਾਣ ਆ ਵੀ ਅਸੀਂ ਉਸ ਮਹਾਨ ਸ਼ਹੀਦ ਆਜ਼ਮ ਸਰਦਾਰ ਊਧਮ ਸਿੰਘ ਜੀ ਦੇ ਜਨਮ ਹੋਇਆ ਜਿੱਥੇ ਅਸੀਂ ਉਸ ਦੀ ਧਰਤੀ 'ਤੇ ਅਸੀਂ ਵੀ ਪੈਦਾ ਹੋਏ ਹਾਂ। ਸਾਨੂੰ ਇਸ ਗੱਲ ਦਾ ਮਾਣ ਆ ਔਰ ਜੋ ਉਹਨਾਂ ਦੀ ਸ਼ਹੀਦੀ ਆ ਉਹ ਇੱਕ ਲਾਸਾਨੀ ਸ਼ਹੀਦੀ ਆ ਜਿਹਦੇ ਨਾਲ ਕਿ ਇੱਥੋਂ ਇਸ ਇਲਾਕੇ ਦਾ ਹਰ ਨੌਜਵਾਨ ਉਸ ਜਜ਼ਬੇ ਨੂੰ ਲੈ ਕੇ ਤੁਰਦਾ, ਦੇਸ਼ ਭਗਤੀ ਦੇ ਵੱਲ, ਆਜ਼ਾਦੀ ਫਿਜ਼ਾ ਦੇ ਵੱਲ ਨੂੰ ਲੈ ਕੇ ਤੁਰਦਾ ਹੋ। ਔਰ ਇਸ ਦੇ ਗੱਲ ਜੋ ਅੱਜ ਦਾ ਜੋ ਵਰਤਮਾਨ ਸਥਿਤੀ ਦੇ ਵਿੱਚ ਜੋ ਗੱਲਾਂ ਕੁਝ ਪੈਦਾ ਹੋ ਰਹੀਆਂ ਨੇ, ਪਰ ਇਸ ਗੱਲ ਦਾ ਵੀ ਸਾਨੂੰ ਮਲਾਲ ਆ। ਇੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਸ਼ਹੀਦ ਊਧਮ ਸਿੰਘ ਦੇ ਅਕਸ ਨੂੰ ਅੱਜ ਧੁੰਦਲਾ ਕੀਤਾ ਜਾ ਰਿਹਾ ਹੈ ਤੇ ਉਹਨਾਂ ਦਾ ਹੀ ਸ਼ਹਿਰ ਬੁਨਿਆਦੀ ਸਹੂਲਤਾਂ ਤੋਂ ਸਖਨਾ ਹੈ ਤੇ ਉਹ ਸਰਕਾਰ ਤੋਂ ਮੰਗ ਕਰਦੇ ਨੇ ਕਿ ਸ਼ਹਿਰ ਨੂੰ ਇੱਕ ਦਰਜੇ ਦਾ ਸ਼ਹਿਰ ਬਣਾਇਆ ਜਾਏ। शहीदों की चिताओं पर लगेंगे हर वर्ष मेले, वतन पर मर मिटने वालों का बाकी यही निशान होगा। ये अक्सर असी सुनते आने, परंतु एक चीज़ ज़रूर है कि जो दर्जा जो इस शहर नूं दर्जा मिलना चाहिए सी वो अज तक मिल नहीं सकिया। शहीद आज़म सरदार ऊधम सिंह नूं मैं हमेशा इस गल की हम ही रहा कि उन्होंने कौमी शहीद का दर्जा मिलना चाहिए। उन्होंने कुर्बानी कोई छोटी कुर्बानी नहीं है। जे अज ये खुली आबो हवा च असीं साह लैंदे हां तां ये शहीदां दीयां कुर्बानियां सदका है ते शहीद आज़म सरदार ऊधम सिंह जिहड़े ने वो कौम दा सरमाया। तो इस समय मैं ये कह सकदा कि सुनाम जिहड़ा है बेसिकली, क्योंकि जो ਇਹੋ ਜਿਹੇ ਸ਼ਹਿਰਾਂ ਨੂੰ ਅਸੀਂ ਇੱਕ ਚੰਗੇ ਮਾਸਟਰ ਪਲਾਨ 'ਚ ਲੈ ਕੇ ਇੱਕ ਚੰਗਾ ਇਹਨਾਂ ਨੂੰ ਨਮੂਨੇ ਦਾ ਸ਼ਹਿਰ ਬਣਾਇਆ ਹੁੰਦਾ ਤਾਂ ਮੈਨੂੰ ਲੱਗਦਾ ਹੈ ਕਿ ਜਿਹੜਾ ਇਸ ਚੀਜ਼ ਦਾ ਇੰਪੈਕਟ ਜਿਹੜਾ ਉਹ ਪੂਰੇ ਪੰਜਾਬ 'ਚ ਨੌਜਵਾਨਾਂ 'ਤੇ ਪੈਂਦਾ। ਅੱਜ ਜਿਹੜੇ ਵੀ ਸ਼ਹੀਦ ਨੇ, ਚਾਹੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਸੀ, ਚਾਹੇ ਸ਼ਹੀਦ ਆਜ਼ਮ ਸਰਦਾਰ ਊਧਮ ਸਿੰਘ ਨੇ, ਇਹਨਾਂ ਦੀ ਜਿਹੜੀ ਹੈ ਇਹ ਰੋਲ ਮਾਡਲ ਨੇ ਸਾਡੇ ਯੂਥ ਲਈ, ਯੂਥ ਆਈਕਨ ਦੇ ਤੌਰ 'ਤੇ ਨੇ। ਕਿਉਂਕਿ ਅੱਜ ਇਹ ਤਾਂ ਹੈ ਨਹੀਂ ਕਿ ਆਪਾਂ ਕੋਈ ਆਜ਼ਾਦੀ ਦੀ ਲੜਾਈ ਲੜ ਰਹੇ ਹਾਂ ਜਾਂ ਉਹਦੇ ਲਈ ਉਹਨਾਂ ਦੀ ਕੁਰਬਾਨੀ ਅੱਜ ਦੁਬਾਰਾ ਦੇਣ ਦੀ ਲੋੜ ਹੈ ਯੂਥ ਨੂੰ, ਪਰ ਇੱਕ ਸੇਧ ਲੈਣ ਦੀ ਲੋੜ ਹੈ ਕਿ ਅਸੀਂ ਸਾਡੇ ਦੇਸ਼ ਲਈ, ਸਾਡੇ ਦੇਸ਼ ਹਿੱਤ ਦੇ ਲਈ, ਸਾਡੇ ਸੂਬੇ ਲਈ, ਸਾਡੇ ਲੋਕਾਂ ਲਈ ਅਸੀਂ ਕੀ ਚੰਗਾ ਕਰ ਸਕਦੇ ਹਾਂ, ਉਹਦੇ 'ਤੇ ਅੱਜ ਕੰਮ ਕਰਨ ਦੀ। ਸ਼ਹੀਦ ਊਧਮ ਸਿੰਘ ਨੇ ਜਲਿਆਂਵਾਲੇ ਬਾਗ ਦਾ ਬਦਲਾ ਲੈਣ ਲਈ ਇੰਗਲੈਂਡ ਜਾ ਕੇ ਜਨਰਲ ਅਡਵਾਇਰ ਨੂੰ ਗੋਲੀ ਮਾਰੀ ਸੀ ਤੇ 31 ਜੁਲਾਈ 1940 ਨੂੰ ਊਧਮ ਸਿੰਘ ਨੂੰ ਫਾਂਸੀ ਦੇ ਦਿੱਤੀ ਗਈ ਸੀ। ਬਿਨਾਂ ਸ਼ੱਕ ਸ਼ਹੀਦਾਂ ਨੂੰ ਬਣਦਾ ਮਾਨ ਸਨਮਾਨ ਦੇਣਾ, ਉਹਨਾਂ ਦੇ ਪਰਿਵਾਰਾਂ ਨੂੰ ਸਾਂਭਣਾ, ਉਹਨਾਂ ਦੇ ਜੱਦੀ ਸ਼ਹਿਰਾਂ ਪਿੰਡਾਂ ਦਾ ਸੁਧਾਰ ਕਰਨਾ, ਲੋਕਾਂ ਨੂੰ ਸਹੂਲਤਾਂ ਦੇਣੀਆਂ ਸੱਚੀ ਸ਼ਰਧਾਂਜਲੀ ਹੋਵੇਗੀ। ਲੋੜ ਅੱਜ ਉਹਨਾਂ ਦੇ ਪਾਈ ਪੂਰਨੇ ਤੇ ਚੱਲ ਕੇ ਦੇਸ਼ ਤੇ ਸੂਬੇ ਨੂੰ ਸਹੀ ਦਿਸ਼ਾ ਤੇ ਦਸ਼ਾ ਵੱਲ ਲੈ ਜਾਣ ਦੀ। ਇਹ ਸੀ ਫਾਸਟਵੇ ਨਿਊਜ਼ ਦੀ ਖਾਸ ਪੇਸ਼ਕਸ਼ ਜੋ ਕਿ ਸ਼ਹੀਦ ਊਧਮ ਸਿੰਘ ਦੀ ਬੇਮਿਸਾਲ ਕੁਰਬਾਨੀ ਨੂੰ ਸਮਰਪਿਤ ਸੀ। ਤੁਸੀਂ ਦੇਖਿਆ ਕਿ ਸ਼ਹੀਦ ਨਗਰੀ ਦੇ ਰਹਿਣ ਵਾਲੇ ਲੋਕ ਮੰਗ ਕਰ ਰਹੇ ਨੇ ਕਿ ਇੰਗਲੈਂਡ ਵਿੱਚ ਪਈਆਂ ਸ਼ਹੀਦੀਆਂ ਵਸਤੂਆਂ ਨੂੰ ਭਾਰਤ ਵਿੱਚ ਲਿਆਂਦਾ ਜਾਵੇ, ਇਸ ਮਿਊਜ਼ੀਅਮ ਦੇ ਵਿੱਚ ਸਥਾਪਿਤ ਕੀਤਾ ਜਾਵੇ, ਸ਼ਹੀਦੀ ਫੋਟੋ ਸਰਕਾਰੀ ਦਫ਼ਤਰਾਂ ਦੇ ਵਿੱਚ ਲਗਾਈ ਜਾਵੇ, ਸ਼ਹੀਦ ਦੀ ਨਗਰੀ ਨੂੰ ਇੱਕ ਆਦਰਸ਼ ਨਗਰ ਵਜੋਂ ਵਿਕਸਿਤ ਕੀਤਾ ਜਾਵੇ, ਇੱਥੋਂ ਦੇ ਨੌਜਵਾਨਾਂ ਲਈ ਕਾਰੋਬਾਰ ਦੀ ਚੰਗੀ ਵਿਵਸਥਾ ਹੋਵੇ, ਵੱਡੇ ਵੱਡੇ ਕਾਲਜ ਨੇ ਜਿਹੜੇ ਉਹ ਸਥਾਪਿਤ ਕੀਤੇ ਜਾਣ। ਇਹ ਹੁਣ ਸਮੇਂ ਦੀਆਂ ਸਰਕਾਰਾਂ 'ਤੇ ਨਿਰਭਰ ਹੈ ਕਿ ਉਹ ਕਦੋਂ ਤੱਕ ਇਹ ਸ਼ਹੀਦ ਨਗਰੀ ਦੇ ਰਹਿਣ ਵਾਲੇ ਲੋਕਾਂ ਦੀਆਂ ਮੰਗਾਂ ਨੂੰ ਪੂਰਾ ਕਰਦੀਆਂ ਨੇ ਜਾਂ ਆਪਣੇ ਕਹੇ ਹੋਏ ਵਾਅਦਿਆਂ ਦੇ ਉੱਪਰ ਖਰਾ ਉਤਰਦੀਆਂ ਨੇ। ਵੀਡੀਓ ਜਰਨਲਿਸਟ ਬਲਵਿੰਦਰ ਸਿੰਘ ਦੇ ਨਾਲ RN ਕਾਂਸਲ, ਫਾਸਟਵੇ ਨਿਊਜ਼, ਸੁਨਾਮ ਊਧਮ ਸਿੰਘ ਵਾਲਾ। ਏਸੀ ਜੁਝਾਰ ਗਰੁੱਪ ਦੇ ਚੈਨਲ ਫਾਸਟਵੇ ਨਿਊਜ਼ ਦੀ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ। ਤੁਹਾਨੂੰ ਸਾਡੀ ਇਹ ਰਿਪੋਰਟ ਤੇ ਸਾਡੀ ਇਹ ਪੇਸ਼ਕਸ਼ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਲਿਖ ਕੇ ਜ਼ਰੂਰ ਭੇਜਣਾ। ਤੁਸੀਂ ਆਪਣੇ ਵਿਚਾਰ ਸਾਡੇ ਈਮੇਲ ਐਡਰੈਸ news@fastway.in ਤੇ ਭੇਜ ਸਕਦੇ ਹੋ। ਮੈਨੂੰ ਦਿਓ ਇਜਾਜ਼ਤ। ਧੰਨਵਾਦ।